ਸਤਿ ਸ਼੍ਰੀ ਅਕਾਲ ਜੀ। ਡੇਲੀ ਪੋਸਟ ਪੰਜਾਬੀ ਤੁਸੀਂ ਵੇਖ ਰਹੇ ਹੋ ਤੇ ਮੈਂ ਹਾਂ ਗਗਨ ਸ਼ੁਕਲਾ ਜੀ। ਇਸ ਵੇਲੇ ਮੇਰੇ ਨਾਲ ਐਡਵੋਕੇਟ ਚਰਨਪਾਲ ਸਿੰਘ ਬਾਗੜੀ ਮੌਜੂਦ ਨੇ ਜੋ ਕਿ ਸੁਪਰੀਮ ਕੋਰਟ ਦੇ ਵਿੱਚ ਪਰਾਲੀ ਨੂੰ ਲੈ ਕੇ ਕਿਸਾਨਾਂ ਦੀ ਆਵਾਜ਼ ਚੁੱਕ ਰਹੇ ਨੇ। ਕੀ ਮਾਮਲਾ ਹੈ? ਕਿਉਂਕਿ ਝੋਨੇ ਦੀ ਫਸਲ ਕੁਝ ਹੀ ਜਿਹੜੀ ਮਹੀਨਾ ਜਾਂ ਡੇਢ ਮਹੀਨੇ ਦੇ ਵਿੱਚ ਆਉਣ ਵਾਲੀ ਆ, ਜਿਸ ਨੂੰ ਲੈ ਕੇ ਪਰਾਲੀ ਇੱਕ ਵਾਰ ਫਿਰ ਤੋਂ ਜਿਹੜੀ ਵੱਡੀ ਸਮੱਸਿਆ ਹੁੰਦੀ ਹੈ। ਹਰਿਆਣਾ ਅਤੇ ਦਿੱਲੀ ਸਰਕਾਰ ਦਾ ਕਹਿਣਾ ਹੈ ਕਿ ਪੰਜਾਬ ਦੇ ਕਿਸਾਨਾਂ ਦਾ ਜਿਹੜਾ ਪਰਾਲੀ ਦੇ ਜਿਹੜੀ ਝੋਨੇ ਦੀ ਪਰਾਲੀ ਨੂੰ ਅੱਗ ਲਾਉਂਦੇ ਨੇ ਉਹਦੇ ਨਾਲ ਪ੍ਰਦੂਸ਼ਣ ਫੈਲਦਾ ਹੈ। ਇਸੇ ਤੇ ਗੱਲਬਾਤ ਕਰਨ ਦੇ ਲਈ ਐਡਵੋਕੇਟ ਚਰਨਪਾਲ ਸਿੰਘ ਬਾਗੜੀ ਮੇਰੇ ਨਾਲ ਮੌਜੂਦ ਨੇ। ਸਰ ਬਹੁਤ ਸਵਾਗਤ ਹੈ ਡੇਲੀ ਪੋਸਟ ਤੇ। ਯੈਸ, ਥੈਂਕ ਯੂ। ਬਾਗੜੀ ਸਾਹਿਬ, ਕੀ ਹੁਣ ਕੀ ਜਿਹੜੀ ਤਾਜ਼ਾ ਅਪਡੇਟ ਕੀ ਹੈ, ਪਹਿਲਾਂ ਤਾਂ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਜੀ। ਦੇਖੋ, ਲਾਸਟ ਡੇਟ ਆਫ ਹੀਅਰਿੰਗ ਤੇ ਸੁਪਰੀਮ ਕੋਰਟ ਨੇ ਪੰਜਾਬ ਗਵਰਨਮੈਂਟ ਨੂੰ ਕੁਐਰੀ ਪੋਜ਼ ਕੀਤੀ ਸੀ। ਇੱਕ ਤਾਂ ਜਿਹੜਾ ਆਰਡਰ ਸੀ 6 ਨਵੰਬਰ 2019 ਵਾਲਾ ਜੀ, ਉਸ ਤੋਂ ਪਹਿਲਾਂ 4 ਨਵੰਬਰ 2019 ਨੂੰ ਆਰਡਰ ਕੀਤਾ ਗਿਆ ਸੀ ਵੀ ਕੋਈ ਵੀ ਕਿਸਾਨ ਅਗਰ ਪਰਾਲੀ ਜਲਾਉਂਦਾ ਹੈ ਉਹਦੇ ਅਗੇਂਸਟ ਕਾਰਵਾਈ ਕੀਤੀ ਜਾਵੇ। ਅਗਰ ਫਿਰ ਵੀ ਪਰਾਲੀ ਜਲਣੋਂ ਨਹੀਂ ਰੁਕਦੀ, ਪਿੰਡ ਦੇ ਪੰਚ ਸਰਪੰਚ 'ਤੇ ਵੀ ਕਾਰਵਾਈ ਹੋਏਗੀ। ਜੇ SHO ਕੋਈ ਉਹਦੇ 'ਤੇ ਐਕਸ਼ਨ ਨਹੀਂ ਲੈਂਦਾ, SDM ਨਹੀਂ ਲੈਂਦਾ, ਚੀਫ ਸੈਕਟਰੀਜ਼ ਨੂੰ ਕਾਲ ਕੀਤਾ ਗਿਆ ਸੀ 6 ਨਵੰਬਰ ਲਈ। ਅਤੇ ਮੈਂ ਪਰਾਲੀ ਦੇ ਮੈਟਰ ਹਾਈ ਕੋਰਟ 'ਚ ਦੇਖ ਰਿਹਾ ਸੀ, ਜਿਹੜਾ ਕਿ ਇੱਕ ਇਨਵਾਇਰਮੈਂਟ ਫਾਈਨ NGT ਨੇ ਕਿਸਾਨਾਂ 'ਤੇ ਇੰਪੋਜ਼ ਕੀਤਾ ਸੀ 15/12/2016 ਦੀ ਜੱਜਮੈਂਟ ਦੇ ਅਕੋਰਡਿੰਗਲੀ। ਉਹ ਵੀ ਹਾਈ ਕੋਰਟ ਤੋਂ ਸਟੇ ਕਰਵਾਇਆ ਗਿਆ ਸੀ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਰਸਸ ਯੂਨੀਅਨ ਆਫ ਇੰਡੀਆ ਵਾਲੀ ਰਿਟ 'ਚ। ਸੋ ਮੈਨੂੰ ਇਉਂ ਸੀ ਕਿ ਕੋਈ ਅਗਰ ਸੁਪਰੀਮ ਕੋਰਟ ਦਾ ਆਰਡਰ ਕੋਈ ਅਗੇਂਸਟ ਆ ਜਾਂਦਾ ਫਾਰਮਰਸ ਦੇ, ਤੇ ਫਿਰ ਉਹ 'ਚ ਦਿੱਕਤ ਹੋ ਜਾਏਗੀ ਪੂਰੇ ਪੰਜਾਬ ਔਰ ਹਰਿਆਣਾ ਦੇ ਫਾਰਮਰਸ ਦੇ ਲਈ। ਮੈਂ ਮਾੜਾ ਜਿਹਾ ਰੋਕਣਾ ਚਾਹੁੰਦਾ ਤੁਹਾਨੂੰ ਇੱਥੇ। ਸੁਪਰੀਮ ਕੋਰਟ ਵੱਲੋਂ ਇੰਨਾ ਸਖਤ ਆਰਡਰ ਸੁਣਾਇਆ ਗਿਆ, ਫਾਰਮਰਸ ਵੱਲੋਂ ਕੋਈ ਜਿਹੜਾ ਇਸ ਵੇਲੇ ਡਿਫੈਂਡ ਕਰਨ ਦੇ ਲਈ ਕੋਈ ਵਕੀਲ ਸੀ, ਉਸ ਵੇਲੇ ਫਾਰਮਰਸ ਦੀ ਗੱਲ ਸੁਣੀ ਗਈ। ਇੰਨਾ ਸਖਤ ਡਿਸੀਜਨ ਦੇਣ ਤੋਂ ਬਾਅਦ ਕਿ ਅਗਰ ਨਹੀਂ ਕੋਈ ਹੁੰਦੀ ਤਾਂ ਲੰਬੜਦਾਰ SHO ਕੋਈ ਵੀ ਸੰਬੰਧਿਤ ਬੰਦਿਆਂ 'ਤੇ ਪਰਚਾ ਦਰਜ ਕਰ ਦਿਓ। ਨਹੀਂ, ਉਹ ਆਰਡਰ ਉਦੋਂ ਜਦੋਂ ਆਰਡਰ ਹੋਇਆ ਸੀ ਉਦੋਂ, ਕਿਉਂਕਿ ਉਹ 30 ਨਵੰਬਰ 2019 ਨੂੰ ਨੈਸ਼ਨਲ ਕੈਪੀਟਲ ਹੈ ਦਿੱਲੀ, ਉਹਨਾਂ ਨੇ ਇੱਕ ਐਮਰਜੈਂਸੀ ਡਿਕਲੇਅਰ ਕਰਤੀ। ਇੰਨਾ ਜ਼ਿਆਦਾ ਚੋਕ ਹੋ ਗਿਆ ਸੀ ਦਿੱਲੀ, ਅਤੇ ਸੁਪਰੀਮ ਕੋਰਟ ਨੇ ਸੁਓ ਮੋਟੋ ਨੋਟਿਸ ਲਿਆ ਸੀ MC ਮਹਿਤਾ ਵਾਲੇ ਕੇਸ 'ਚ, ਜਿਹੜਾ ਬਹੁਤ ਪੁਰਾਣਾ ਚੱਲਦਾ ਪਿਆ, ਇਨਵਾਇਰਮੈਂਟਲ ਇਸ਼ੂਜ਼ ਦੇ ਨਾਲ ਰਿਲੇਟਡ ਹੈ ਉਹ ਕੇਸ। ਉਹਦੇ ਵਿੱਚੋਂ ਹੀ ਸਟਬਲ ਬਰਨਿੰਗ ਵਾਲਾ ਚੱਕ ਲਿਆ ਸੀ ਵੀ ਸਟਬਲ ਬਰਨਿੰਗ ਵੀ ਕੰਟਰੀਬਿਊਟ ਕਰ ਰਹੀ ਹੈ ਪੋਲਿਊਸ਼ਨ। ਉਹਦੇ ਵਿੱਚ ਹੀ ਇੱਦਾਂ ਨਹੀਂ ਵੀ ਇਕੱਲਾ ਸਟਬਲ ਬਰਨਿੰਗ ਨੂੰ ਬੈਨ ਕਰਨ ਲਈ ਸੁਪਰੀਮ ਕੋਰਟ ਐਡਮੈਂਟ ਸੀ। ਸੁਪਰੀਮ ਕੋਰਟ ਨੇ ਜਿਹੜੇ BS4 ਵਹੀਕਲ ਨੇ ਬੈਨ ਕੀਤੇ ਨੇ, ਕਿਉਂਕਿ ਅਪ੍ਰੈਲ ਤੋਂ ਬਾਅਦ ਕੋਈ BS6 ਵਹੀਕਲ ਅਗਰ ਆਏ ਨੇ ਤਾਂ ਉਹ ਆਰਡਰ ਦੇ ਤਹਿਤ ਹੀ ਆਏ ਨੇ, ਜਿਹੜਾ ਹੁਣ ਵੀ ਪੈਂਡਿੰਗ ਪਿਆ ਹੋਇਆ। ਬਟ ਜਦੋਂ 6 ਤਰੀਕ ਨੂੰ, ਕਿਉਂਕਿ 4 ਤਰੀਕ ਵਾਲਾ ਆਰਡਰ ਫਾਰਮਰਸ ਨੂੰ ਬਿਨਾਂ ਸੁਣੇ ਤੋਂ ਕੀਤਾ ਗਿਆ ਸੀ, ਅਤੇ 6 ਨਵੰਬਰ ਨੂੰ ਜਦੋਂ ਪੂਰਾ ਪ੍ਰੈਜ਼ੈਂਟ ਕੀਤਾ, ਫਾਰਮਰਸ ਦਾ ਪੱਖ ਪੇਸ਼ ਕੀਤਾ ਗਿਆ, ਤਾਂ 2.5-3 ਘੰਟੇ ਮੈਨੂੰ ਸੁਣਦੇ ਰਹੇ। ਸੁਪਰੀਮ ਕੋਰਟ ਨੇ ਉਸ ਦਿਨ ਰਾਤ ਨੂੰ 7:30 ਵਜੇ ਆਰਡਰ ਕੀਤਾ ਸੀ। ਜਿਹੜਾ ਸੁਪਰੀਮ ਕੋਰਟ ਦੇ ਬੈਂਚ ਦੀ ਇਹ ਅਬਜ਼ਰਵੇਸ਼ਨ ਸੀ ਵੀ ਕਿਸਾਨ 'ਤੇ ਪਰਚੇ ਕਰੋ, ਕਿਸਾਨਾਂ ਨੂੰ ਵੀ ਮਤਲਬ ਕੋਈ ਲੀਨੀਅੰਸੀ ਨਹੀਂ ਹੋਏਗੀ। ਮੇਰੀਆਂ ਦਲੀਲਾਂ ਸੁਣਨ ਤੋਂ ਬਾਅਦ ਸੁਪਰੀਮ ਕੋਰਟ ਨੇ ਇਹ ਅਬਜ਼ਰਵ ਕਰਤਾ ਕਿ ਜਿਹੜਾ ਫਾਰਮਰ ਹੈ, ਜਿਹੜੀ ਐਗਰੀਕਲਚਰ ਹੈ, ਉਹ ਇੰਡੀਆ ਦਾ ਬੈਕਬੋਨ ਹੈ। ਬੈਕਬੋਨ ਮਤਲਬ ਰੀੜ੍ਹ ਦੀ ਹੱਡੀ ਹੈ ਇਕੋਨਮੀ ਦੀ। ਕਿਸਾਨ ਨੂੰ ਮਾਰ ਕੇ ਅਸੀਂ ਕਿਵੇਂ ਖੁਸ਼ ਜੀ ਲਾਂਗੇ। ਪ੍ਰੈਜ਼ੈਂਟ ਕੀਤਾ ਜਦੋਂ ਪੂਰਾ ਪੱਖ ਦੱਸਿਆ ਗਿਆ ਵੀ ਕੀ ਗਰਾਊਂਡ ਰਿਐਲਿਟੀ ਦੇ ਵਿੱਚ ਹਰਡਲ ਕੀ ਨੇ ਫਾਰਮਰ 'ਤੇ, ਵੀ ਫਾਰਮਰ ਤਾਂ ਨਹੀਂ ਅੱਗ ਲਾਉਣਾ ਚਾਹੁੰਦਾ। ਕੋਰਟ ਨੇ ਆਰਡਰ ਕਰਤਾ ਸੀ ਕਿ 7 ਦਿਨਾਂ ਦੇ ਅੰਦਰ ਸਮਾਲ ਅਤੇ ਮਾਰਜਨਲ ਜਿਹੜੇ ਫਾਰਮਰਸ ਨੇ ਜਿਨ੍ਹਾਂ ਨੇ ਪਰਾਲੀ ਨੂੰ ਅੱਗ ਨਹੀਂ ਲਾਈ, ਉਹਨਾਂ ਨੂੰ 100 ਰੁਪਏ ਪਰਾਲੀ ਦੇ ਹਿਸਾਬ ਨਾਲ ਪ੍ਰਤੀ ਕੁਇੰਟਲ, ਮਤਲਬ ਪੰਜਾਬ ਗਵਰਨਮੈਂਟ ਦੇ ਐਫੀਡੈਵਿਟ ਦੇ ਅਕੋਰਡਿੰਗਲੀ 24 ਕੁਇੰਟਲ ਪਰਾਲੀ ਹੁੰਦੀ ਹੈ 1 ਕਿੱਲੇ 'ਚੋਂ, 2400 ਰੁਪਇਆ ਪ੍ਰਤੀ ਏਕੜ ਕਿਸਾਨਾਂ ਨੂੰ ਦਿੱਤਾ ਜਾਵੇ। ਕਿੰਨੇ ਦਿਨਾਂ ਦੇ ਵਿੱਚ? 1 ਹਫ਼ਤੇ ਦੇ 7 ਦਿਨਾਂ ਦੇ ਵਿੱਚ। ਕਦੋਂ ਤੋਂ? 6/11/2019 ਤੋਂ। ਉਹ ਤੋਂ ਬਾਅਦ ਇਹਨਾਂ ਨੇ ਫਾਰਮ ਵੀ ਬਣਾਏ ਅਤੇ ਕੋਰਟ 'ਚ ਐਫੀਡੈਵਿਟ ਵੀ ਫਾਈਲ ਕੀਤਾ ਕਿ ਅਸੀਂ ਸੈਂਕਸ਼ਨ ਕੀਤਾ 900 ਕਰੋੜ ਰੁਪਇਆ, ਪਰ ਉਹ ਅਮਾਊਂਟ ਡਿਸਬਰਸ ਨਹੀਂ ਹੋਈ ਸਾਰਿਆਂ ਨੂੰ। ਸਰਕਾਰ ਤਾਂ ਭੱਜ ਗਈ ਨਾ, ਉਹ ਕਹਿੰਦੇ ਸਾਡੇ ਕੋਲ ਹੈ ਨਹੀਂ ਅਮਾਊਂਟ ਦੇਣ ਲਈ। ਸਰ ਹੁਣ ਉਹ ਕਨਕਲੂਡਿੰਗ ਐਂਡ 'ਤੇ ਹੈ। ਕੋਰਟ ਦੀਆਂ ਤਾਂ ਡਾਇਰੈਕਸ਼ਨਸ ਵੈਰੀ ਕਲੀਅਰ ਨੇ। ਪਹਿਲਾਂ NGT ਦੀਆਂ ਵੀ ਕਲੀਅਰ ਸੀਗੀਆਂ, ਸੁਪਰੀਮ ਕੋਰਟ ਦੀਆਂ ਵੀ ਕਲੀਅਰ ਇੰਸਟਰਕਸ਼ਨਸ ਨੇ। ਜਿੱਥੇ ਉਹਨਾਂ ਨੇ ਪ੍ਰਪੋਜ਼ਲ ਜਿਹੜਾ 13/1/2020 ਵਾਲਾ ਆਰਡਰ ਹੈ, ਉਹ 'ਚ ਵੀ ਉਹਨਾਂ ਨੇ ਆਰਡਰ ਪਾਸ ਕੀਤਾ ਕਿ ਤੁਸੀਂ ਕਮ ਵਿਦ ਦੀ ਕੰਪਰੀਹੈਂਸਿਵ ਐਕਸ਼ਨ ਪਲਾਨ ਵਿਦ ਦੀ ਪਾਲਿਸੀ 100 ਰੁਪਏ ਪ੍ਰਤੀ ਕੁਇੰਟਲ ਨੂੰ। ਉਹ ਤਾਂ ਇੰਟਰਮ ਆਰਡਰ ਸੀ ਵੀ ਗਵਰਨਮੈਂਟ ਫਾਈਨਲ ਕਰਕੇ ਆਵੇ ਨਾ, ਜਿਹੜੇ ਕਿਸਾਨ ਅੱਗ ਨਹੀਂ ਲਾਣਗੇ। ਹੁਣ ਕਿਸਾਨਾਂ ਨੂੰ ਸਪੋਜ਼ ਅਸੀਂ ਅੱਜ ਇਹ ਅਨਾਊਂਸ ਕਰ ਦਿੰਦੇ ਹਾਂ ਵੀ ਤੁਸੀਂ ਅੱਗ ਨਹੀਂ ਲਾਣੀ, ਤੁਹਾਨੂੰ ਅਸੀਂ 2500 ਰੁਪਇਆ ਮੰਗਿਆ ਤਾਂ ਚਲੋ ਮੈਂ 6000 ਤੱਕ ਹੈ ਪ੍ਰਤੀ ਏਕੜ ਵੀ ਖਰਚਾ ਹੁੰਦਾ, ਚਲੋ ਐਟਲੀਸਟ ਸਟਾਰਟਿੰਗ ਹੋਵੇ। ਉਹ ਵੱਧਦਾ ਤਾਂ ਨੈਕਸਟ ਅੱਗੇ ਸਟੈਪ ਆਏਗਾ।
ਅਗਰ ਕਿਸਾਨ ਨੂੰ ਤੁਸੀਂ ਕਹਿ ਦਿੰਦੇ ਹੋ ਵੀ ਤੁਸੀਂ ਪਰਾਲੀ ਨੂੰ ਅੱਗ ਨਹੀਂ ਲਾਣੀ, ਜਲਾਣੀ ਨਹੀਂ, ਵਿੱਚ ਮਿਲਾਣੀ, ਤੁਹਾਨੂੰ ਅਸੀਂ ਪੈਸੇ ਦੇਵਾਂਗੇ, ਆ ਪਹਿਲਾਂ ਹੀ ਪੈਸੇ ਦੇਤੇ ਤੁਹਾਨੂੰ। ਕਿਉਂਕਿ ਮੇਰਾ ਇਹ ਕਲੀਅਰ ਸਟੈਂਡ ਹੈ ਕਿ ਜਿਹੜੀ ਗਵਰਨਮੈਂਟ ਇਹ ਕਹਿੰਦੀ ਹੈ ਕਿ ਅਸੀਂ ਤੁਹਾਨੂੰ ਮੈਕੈਨਿਜ਼ਮ ਦੇ ਵਿੱਚ ਸਬਸਿਡੀ ਦੇਵਾਂਗੇ, ਕੋਰਟ ਨੂੰ ਇਹ ਵੀ ਦੱਸਿਆ ਗਿਆ ਵੀ ਜਿਹੜੀ ਸਬਸਿਡੀ ਵਾਲਾ ਇਸ਼ੂ ਹੈ, ਜਿਹੜੀ ਮਸ਼ੀਨ ਪਹਿਲਾਂ ਲੱਖ ਰੁਪਏ ਦੀ ਕੋਸਟ ਹੈ, ਇਹਨਾਂ ਨੇ ਜਿਹੜੀ ਸਬਸਿਡੀ ਵਾਲੀਆਂ ਉਹਨਾਂ ਨੂੰ ਲਾਇਸੈਂਸ ਦਿੱਤੇ ਹੋਏ ਨੇ ਜਿਹੜੇ ਇਹਨਾਂ ਦੇ ਨੀਅਰ ਵਨ ਨੇ, ਔਰ ਪਹਿਲਾਂ ਹੀ ਉਹ 2 ਲੱਖ ਰੁਪਇਆ ਉਹਨਾਂ ਦੀ ਕੋਸਟ ਰੱਖੀ ਹੈ। 50% ਸਬਸਿਡੀ ਦੇ ਕੇ ਫਿਰ ਉਹਨੂੰ ਤਾਂ ਉਹੀ ਕੋਸਟ 'ਚ ਪੈ ਰਹੀ ਹੈ। ਉਹ ਮੈਕੈਨਿਜ਼ਮ ਚਲਾਉਣ ਵਾਸਤੇ 11 ਲੱਖ 8 ਲੱਖ ਜਾਂ 7 ਲੱਖ ਦਾ ਟਰੈਕਟਰ ਵੀ ਚਾਹੀਦਾ ਨਾ, ਜਿਹੜਾ ਗਰੀਬ ਕਿਸਾਨ ਆ ਉਹ ਕਿੱਥੋਂ ਅਰੇਂਜ ਕਰੂਗਾ। ਇਸੇ ਕਰਕੇ ਗਰਾਊਂਡ ਰਿਐਲਿਟੀ ਦੇ ਵਿੱਚ ਉਹਦਾ ਇੰਪੈਕਟ ਨਹੀਂ ਪੈਂਦਾ। ਮੈਂ ਤਾਂ ਆਪਣੀ ਪਟੀਸ਼ਨ ਦੇ ਵਿੱਚ ਜਿਹੜੀਆਂ 2 ਪਟੀਸ਼ਨਾਂ ਹੋਰ ਸੀ ਸੁਪਰੀਮ ਕੋਰਟ ਨੇ ਉਹ ਵੀ ਹਾਈ ਕੋਰਟ ਤੋਂ ਸੁਪਰੀਮ ਕੋਰਟ ਕਾਲ ਕਰ ਲਈਆਂ ਸੀ। ਉਹ ਸੀ ਇੱਕ ਚਰਨਪਾਲ ਸਿੰਘ ਬਾਗੜੀ ਵਰਸਸ ਯੂਨੀਅਨ ਆਫ ਇੰਡੀਆ। ਮੈਂ ਉਹ 'ਚ ਇਹ ਮੰਗਿਆ ਸੀ ਕਿ ਵੀ ਜਿਹੜੀ ਇਹ ਫਸਲ ਪੈਡੀ ਦੀ ਫਸਲ ਹੈ, ਜਿਹੜੀ ਜੀਰੀ ਦੀ ਫਸਲ ਹੈ, ਝੋਨੇ ਦੀ ਫਸਲ ਹੈ, ਇਹ ਇਹਨੂੰ ਲਾਉਣ ਦਾ ਵੀ ਢੰਗ ਗਲਤ ਹੈ। ਅਸੀਂ ਪਾਣੀ ਕੱਢ ਕੇ ਆਰਟੀਫਿਸ਼ਲ ਇਨਵਾਇਰਮੈਂਟ ਕ੍ਰੀਏਟ ਕਰਦੇ ਹਾਂ, ਕੱਦੂ ਕਰਦੇ ਹਾਂ, ਅਸੀਂ ਪਡਲਿੰਗ ਕਰਦੇ ਹਾਂ, ਗਾਹਣ ਕਰਕੇ ਪਾਣੀ ਉੱਤੇ ਆਰਟੀਫਿਸ਼ਲ ਖੜਾ ਕਰਦੇ ਹਾਂ। ਉਹ ਜਿਹੜਾ ਪਾਣੀ ਖੜਦਾ ਹੈ ਧਰਤੀ ਦੀ ਸਤ੍ਹਾ ਦੇ ਉੱਤੇ, ਪੀਣ ਵਾਲਾ ਪਾਣੀ ਖਤਮ ਕਰ ਰਹੇ ਹਾਂ ਅਸੀਂ। ਕੀ ਇਹੀ ਤਰੀਕਾ ਇਹਨੂੰ ਲਾਉਣ ਦਾ? ਜਿਹੜਾ ਕਰੋੜਾਂ ਦਾ ਬਜਟ, ਜਿਵੇਂ ਇੱਕ ਆਰਮੀ ਦਾ ਬਜਟ ਹੈ, ਇੱਦਾਂ ਹੀ ਐਗਰੀਕਲਚਰ ਦਾ ਬਜਟ ਹੈ। ਐਗਰੀਕਲਚਰ ਯੂਨੀਵਰਸਿਟੀਜ਼ ਦੇ ਉੱਤੇ ਤੁਸੀਂ ਕਰੋੜਾਂ ਰੁਪਇਆ ਖਰਚ ਕਰਦੇ ਆ, ਕਿਉਂ ਨਾ ਕਿਸਾਨਾਂ ਨੂੰ ਡਾਇਰੈਕਟ ਪੈਸੇ ਇਹਨਾਂ ਦੇ ਅਕਾਊਂਟ 'ਚ ਦਿੱਤੇ ਜਾਣ। ਤੁਸੀਂ ਕਰੋੜਾਂ ਰੁਪਇਆ ਵੇਸਟ ਕਰਦੇ ਆ ਕਿਉਂਕਿ ਆਊਟਪੁੱਟ ਤਾਂ ਇਹਨਾਂ ਦੀ ਕੋਈ ਹੈ ਨਹੀਂ ਗੀ। ਜਾਂ ਟੈਕਨੀਕ ਤੁਸੀਂ ਫੋਰਨ ਤੋਂ ਮੰਗਾਓ। ਇਸ ਤੋਂ ਇਲਾਵਾ ਜਿਵੇਂ ਝੋਨੇ ਅਤੇ ਕਣਕ ਦੀ ਖਰੀਦ MSP ਵੀ ਹੈਗੀ ਹੈ ਅਤੇ ਖਰੀਦ ਵੀ ਗਵਰਨਮੈਂਟ ਏਜੰਸੀ ਕਰਦੀ ਹੈ। ਇੱਦਾਂ ਹੋਰ ਫਸਲਾਂ ਜਿਵੇਂ ਜਿਵੇਂ ਦੀ ਬਲੋਕ ਵਾਈਜ਼ ਮਿੱਟੀ ਜਾਂ ਧਰਤੀ ਆ ਉਸ ਇਲਾਕੇ ਦੀ, ਕਿਸੇ ਇਲਾਕੇ ਦੇ 'ਚ ਮੰਨ ਲਓ ਦਾਲਾਂ ਹੋ ਸਕਦੀਆਂ ਨੇ, ਕਿਸੇ 'ਚ ਸੂਰਜਮੁਖੀ ਹੋ ਸਕਦੀ ਹੈ, ਕਪਾਹ ਹੋ ਸਕਦੀ ਹੈ, ਮੱਕੀ ਹੋ ਸਕਦੀ ਹੈ। ਇਹ ਯੂਨੀਵਰਸਿਟੀਆਂ ਆਇਡੈਂਟੀਫਾਈ ਕਰਨ ਕਿਹੜੀ ਧਰਤੀ 'ਤੇ ਕਿਹੜੀ ਫਸਲ ਹੋ ਸਕਦੀ ਹੈ, ਉਹਦਾ MSP ਝੋਨੇ ਤੋਂ ਜ਼ਿਆਦਾ ਰੱਖਣ। ਔਰ ਉਸ ਤੋਂ ਬਿਨਾਂ ਇਹਦੀ ਜਿਵੇਂ ਝੋਨੇ ਅਤੇ ਕਣਕ ਦੀ ਖਰੀਦ ਹੁੰਦੀ ਹੈ, ਇੱਕਣਾ ਹੀ ਗਵਰਨਮੈਂਟ ਏਜੰਸੀਆਂ ਹੀ ਖਰੀਦ ਕਰਨ। ਕਿਸਾਨਾਂ ਨੇ ਝੋਨੇ ਤੋਂ ਕੀ ਲੈਣਾ? ਝੋਨਾ ਇੰਨਾ ਜ਼ਿਆਦਾ ਪੈਦਾਵਾਰ ਕਰਕੇ ਦਿਖਾਤੀ ਕਿਸਾਨਾਂ ਨੇ, ਇਹਨਾਂ ਕੋਲ ਸਾਂਭਣ ਅਤੇ ਸਟੋਰ ਕਰਨ ਦੀ ਮਤਲਬ ਜਗ੍ਹਾ ਨਹੀਂ ਹੈ। ਸ਼ਹਿਰਾਂ 'ਚ ਲੋਕ ਪਾਣੀ ਤੋਂ ਵੀ ਤਰਸਦੇ ਨੇ, ਹੁਣ ਤਾਂ ਪਿੰਡਾਂ 'ਚ ਵੀ ਇਹੀ ਹਾਲਾਤ ਹੋ ਚੁੱਕੇ ਨੇ ਕਿਉਂਕਿ ਸਾਰਿਆਂ ਨੂੰ ਪਤਾ ਅੱਜ 300 ਫੁੱਟ 'ਤੇ ਪਾਣੀ ਚਲਾ ਗਿਆ। ਔਰ ਗਵਰਨਮੈਂਟ ਨੇ ਜਿੱਥੋਂ ਤੱਕ ਹੁਣ ਤੱਕ ਨਹੀਂ ਕੁਛ ਕੀਤਾ, ਯੂਨੀਵਰਸਿਟੀਆਂ ਨੇ ਕੁਛ ਨਹੀਂ ਕੀਤਾ। ਮੈਂ ਤਾਂ ਇਹ ਮੇਰਾ ਸਟੈਂਡ ਵੈਰੀ ਕਲੀਅਰ ਹੈ, ਮੇਰੀ ਪਿਲ ਦੇ ਵਿੱਚ ਵੀ ਹੈ। ਕਿਸਾਨਾਂ ਦਾ ਕੋਈ ਦੋਸ਼ ਨਹੀਂ, ਕਿਸਾਨਾਂ ਨੂੰ ਕੋਈ ਟੈਕਨੀਕ ਨਹੀਂ ਦਿੱਤੀ ਜਾ ਰਹੀ, ਕੋਈ ਇਹਨਾਂ ਦੀ ਇੰਟੈਂਸ਼ਨ ਨਹੀਂ ਹੈ, ਟਾਈਮ ਪਾਸ ਹੋ ਰਿਹਾ। ਕੋਰਟ ਦੇ ਆਰਡਰ ਦੇ ਬਾਵਜੂਦ ਵੀ ਕੋਈ ਪ੍ਰੈਕਟੀਕਲੀ ਇਹਨਾਂ 'ਤੇ ਇਹ ਕੋਈ ਪੈਸਾ ਦੇਣ ਦਾ ਵੀ, ਤੁਸੀਂ ਇੱਕ ਆਰਡਰ ਲੈ ਲਓ ਤੁਸੀਂ ਸੁਪਰੀਮ ਕੋਰਟ ਦਾ ਜਿਹੜਾ ਕਿ 6 ਨਵੰਬਰ ਨੂੰ ਹੋਇਆ, ਪਹਿਲਾਂ ਤਾਂ ਉਹੀ ਇੰਪਲੀਮੈਂਟ ਨਹੀਂ ਹੋਇਆ। 7 ਦਿਨ ਦਾ ਟਾਈਮ ਸੀ ਉਹ। ਹੁਣ ਤੁਸੀਂ ਦੱਸੋ ਇਹਦੇ ਉੱਤੇ ਕੀ ਹੋ ਸਕਦਾ ਹੈ? ਬਾਗੀ ਸਾਹਿਬ ਮੈਂ ਰੋਕਦਾ ਤੁਹਾਨੂੰ, ਕਰੀਬ ਮਹੀਨੇ ਜਾਂ 1.5 ਮਹੀਨੇ ਦੇ ਵਿੱਚ ਝੋਨੇ ਦੀ ਫਸਲ ਤਿਆਰ ਹੋ ਰਹੀ ਆ, ਪਰਾਲੀ ਦੀ ਸਮੱਸਿਆ ਫਿਰ ਜਿਉਂਦੀ ਤੂੰ ਆ। ਹੁਣ ਕਿਸਾਨਾਂ ਨੂੰ ਤਾਂ ਕੁਝ ਕਲੀਅਰ ਕਰੋ ਜੀ ਤੁਸੀਂ। ਦੇਖੋ ਮੈਂ ਕਲੀਅਰ ਤਾਂ ਮੈਂ ਇੱਕ ਪਬਲਿਕ ਕਾਜ਼ ਲਈ ਇੱਕ ਫਾਈਟ ਕਰ ਰਿਹਾ, ਇਹਨਾਂ ਦਾ ਪ੍ਰੈਜ਼ੈਂਟ ਕਰ ਰਿਹਾ। ਜਿੰਨੇ NGT ਦੇ ਆਰਡਰ ਦੇ ਅਕੋਰਡਿੰਗਲੀ ਇਹਨਾਂ ਦੇ ਉੱਤੇ ਜਿੰਨੇ ਵੀ ਜੁਰਮਾਨੇ ਲੱਗਦੇ ਸੀ ਉਹ ਮੈਂ ਆਲਰੇਡੀ ਸਟੇ ਕਰਾ ਚੁੱਕਿਆ ਕਿਉਂਕਿ ਹਾਈ ਕੋਰਟ ਮੈਂ ਉਹ ਚੈਲੰਜ ਕੀਤਾ ਹੋਇਆ ਸੀ। ਸਬਸੀਕੁਐਂਟਲੀ ਮੈਂ ਇਹ ਮੰਗ ਰਿਹਾ, ਕੋਰਟ ਨੇ ਅਬਜ਼ਰਵ ਵੀ ਕੀਤਾ ਹੈ ਕਿਸਾਨ ਦੇ ਫੇਵਰ ਦੇ ਵਿੱਚ। ਕੋਰਟ ਦੇ ਵਿੱਚ ਜਾ ਕੇ ਹੀ ਮੈਂ ਫਾਈਟ ਕਰ ਸਕਦਾ। ਗਵਰਨਮੈਂਟ ਨੇ ਕੀ ਪਾਲਿਸੀ ਬਣਾਉਣੀ ਹੈ, ਗਵਰਨਮੈਂਟ ਕੀ ਕਰ ਸਕਦੀ ਹੈ, ਇਹ ਤੁਹਾਨੂੰ ਵੀ ਪਤਾ ਹੈ, ਇਹ ਆਮ ਪਬਲਿਕ ਨੂੰ ਵੀ ਪਤਾ, ਜਿਨ੍ਹਾਂ ਨੇ ਨੁਮਾਇੰਦੇ ਚੁਣ ਕੇ ਸੰਸਦ ਦੇ ਵਿੱਚ ਭੇਜੇ ਹੋਏ ਨੇ, ਪਾਰਲੀਮੈਂਟ 'ਚ ਭੇਜੇ ਹੋਏ ਨੇ। ਇਹ ਇੱਕ ਇਕੱਲੀ ਚਰਨਪਾਲ ਸਿੰਘ ਬਾਗੜੀ ਦੀ ਲੜਾਈ ਨਹੀਂ ਹੈ, ਇਹ ਪੂਰੀ ਕਮਿਊਨਿਟੀ ਦੀ ਲੜਾਈ ਹੈ। ਇੱਕ ਅੰਨਦਾਤਾ ਹੈ, ਫਾਰਮਰ ਫੀਡ ਦੀ ਨੇਸ਼ਨ, ਇਟਸ ਅ ਪ੍ਰੋਪੋਜੀਸ਼ਨ। ਜੇ ਕਿਸਾਨ ਉਗਾਉਂਦਾ ਤਾਂ ਹੀ ਅਸੀਂ ਜਿਉਂਦੇ ਹਾਂ, ਤਾਂ ਹੀ ਅਸੀਂ ਡਿਵੈਲਪਮੈਂਟ ਦੀਆਂ ਗੱਲਾਂ ਕਰਦੇ ਹਾਂ। ਬਾਕੀ ਤੇ ਜਿਹੜੀ ਇਨਵਾਇਰਮੈਂਟ ਪੋਲਿਊਸ਼ਨ ਦਾ ਤਾਂ ਤੁਸੀਂ ਜਿਹੜੇ 24 ਘੰਟੇ ਪੋਲਿਊਟ ਕਰ ਰਹੇ ਨੇ, ਇੰਡਸਟਰੀ ਪੋਲਿਊਟ ਕਰ ਰਹੀ ਹੈ। ਇਹ ਮੈਂ ਨਹੀਂ ਕਹਿੰਦਾ, ਮੈਂ ਇਹ ਕੁਐਸਚਨ ਰੇਜ਼ ਕੀਤਾ ਸੀ 6 ਨਵੰਬਰ ਨੂੰ ਬਿਫੋਰ ਆਨਰੇਬਲ ਐਪੈਕਸ ਕੋਰਟ। ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ ਤੋਂ ਰਿਪੋਰਟ ਕਾਲ ਕੀਤੀ ਸੁਪਰੀਮ ਕੋਰਟ ਨੇ। ਉਹਦੇ 'ਚ ਕੀ ਆਇਆ? ਉਹ ਰਿਪੋਰਟ 25 ਨਵੰਬਰ ਵਾਲੇ ਆਰਡਰ ਦੇ ਵਿੱਚ ਲੱਗੀ ਹੈ ਨਾਲ। ਉਹ 'ਚ ਕੀ ਆਰਡਰ ਆਉਂਦਾ? 28% ਇੰਡਸਟਰੀ ਤੋਂ ਪੋਲਿਊਸ਼ਨ, 28% ਵਹੀਕੂਲਰ ਪੋਲਿਊਸ਼ਨ, ਜਿਹੜੇ ਵਾਹਨ ਚੱਲਦੇ ਨੇ। ਇੱਕ ਘਰ ਦੇ ਵਿੱਚ 3-3 4-4 ਕਾਰਾਂ ਨੇ।
ਉਹ ਇੱਕ ਇੱਕ ਬੰਦਾ ਲੈ ਕੇ ਜਾ ਰਿਹਾ। ਮੈਂ ਨਹੀਂ ਕਹਿੰਦਾ ਪ੍ਰੋਗਰੈਸ ਨਹੀਂ ਹੋਣੀ ਚਾਹੀਦੀ, ਤੁਸੀਂ ਟਾਰਗੇਟ ਕਿਸਾਨੀ ਨੂੰ ਕਰ ਰਹੇ ਹੋ ਜਿਹੜੀ ਕਿ ਅੱਗ 20 ਜਾਂ 25 ਦਿਨ ਲਈ ਲਾਉਂਦਾ ਹੈ, ਜਿਹੜੀ ਕਿ ਕਿਸਾਨ ਨਹੀਂ ਲਾਉਣਾ ਚਾਹੁੰਦਾ। ਸਭ ਤੋਂ ਪਹਿਲਾਂ ਤਾਂ ਕਿਸਾਨ ਨੂੰ ਇਫੈਕਟ ਹੁੰਦਾ ਨਾ, ਉਹ ਜਿਹੜੀ ਅੱਗ ਲੱਗਦੀ ਹੈ, ਸੋਲਿਊਸ਼ਨ ਸਤ੍ਹਾ ਖਰਾਬ ਹੁੰਦੀ ਹੈ, ਇਨਵਾਇਰਨਮੈਂਟ ਖਰਾਬ ਹੁੰਦਾ, ਉਹ ਨਹੀਂ ਕਰਨਾ ਚਾਹੁੰਦਾ। ਪਰ ਮੇਰੀ ਇੱਕ ਗੱਲ ਸੁਣੋ, ਅਗਰ ਉਹ ਅੱਗ ਨਹੀਂ ਲਾਉਂਦਾ, ਸੋਲਿਊਸ਼ਨ ਉਹਦੇ ਕੋਲ ਹੈ ਨਹੀਂ ਉਹਨੂੰ ਡੀਲ ਆਊਟ ਕਰਨ ਦਾ। ਕਣਕ ਕਿੱਥੋਂ ਖਾਓਗੇ? ਕਣਕ ਦੀ ਫਸਲ ਕਿੱਦਾਂ ਹੋਏਗੀ? ਸਰ, ਜਦੋਂ ਇਹ ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ ਦੀ ਜਿਹੜੀ ਰਿਪੋਰਟ ਹੈ, 12 ਮਹੀਨੇ ਜੋ ਗ੍ਰੀਨਰੀ, ਜੋ ਹੁਣ ਤੁਸੀਂ ਲੈ ਜਾਓ ਆਪਣਾ ਚੈਨਲ ਕਵਰ ਕਰ ਲਓ, ਜਿੰਨੀ ਗ੍ਰੀਨਰੀ ਪੰਜਾਬ ਹਰਿਆਣਾ ਜਿੱਥੇ ਜੀਰੀ ਲੱਗੀ ਹੋਈ ਹੈ, ਜੋ ਇਨਵਾਇਰਨਮੈਂਟ ਨੂੰ ਪੋਜ਼ੀਟਿਵ ਚੀਜ਼ ਦਿੰਦਾ, ਆਪਾਂ ਇਹਨੂੰ ਕਿੱਦਾਂ ਭੁੱਲ ਸਕਦੇ ਹਾਂ ਸਰ? ਆਪਾਂ ਇੱਕ ਆਸਪੈਕਟ ਨੂੰ ਬਿਲਕੁਲ ਨਹੀਂ ਸੋਚਣਾ ਆਪਾਂ ਨੂੰ ਇਹ ਬਰਾਬਰ ਚੱਲਣਾ ਚਾਹੀਦਾ ਹੈ। ਕਿਸਾਨ ਦੀ ਹਾਲਤ ਇੰਨੀ ਕੁ ਤਰਸਯੋਗ ਹੋ ਚੁੱਕੀ ਹੈ, ਇੰਨਾ ਡੈਟ ਹੋ ਚੁੱਕਾ ਹੈ, ਇੰਨਾ ਕਰਜ਼ਈ ਹੋ ਚੁੱਕਾ ਹੈ, ਕਿਉਂਕਿ ਸਰਕਾਰ ਦੀ ਕੋਈ ਫੇਵਰਿੰਗ ਸਕੀਮ ਨਹੀਂ ਹੈ ਕਿਸਾਨਾਂ ਦੇ ਲਈ। ਮੈਂ ਨਹੀਂ ਕਹਿੰਦਾ ਪੰਜਾਬ ਗਵਰਨਮੈਂਟ ਦੀ, ਮੈਂ ਕਹਿੰਦਾ ਸੈਂਟਰਲ ਗਵਰਨਮੈਂਟ ਹਰ ਕੇਸ ਦੇ ਵਿੱਚ। ਮੈਂ ਯੂਨੀਅਨ ਆਫ ਇੰਡੀਆ ਨੂੰ ਬਣਾਇਆ ਪਾਰਟੀ, ਯੂਨੀਅਨ ਆਫ ਇੰਡੀਆ ਦੇ ਫਾਈਨਾਂਸ ਡਿਪਾਰਟਮੈਂਟ ਨੂੰ ਬਣਾਇਆ। ਅਸੀਂ ਵੀ ਇੱਕ ਜਿਹੜਾ ਫਾਰਮਰ ਹੈ ਉਹਦੇ ਲਈ ਕੋਈ ਬਜਟ ਨਹੀਂ ਗਾ। ਅਗਰ ਬਜਟ ਹੈ, ਜੇ ਉਹ ਮਿਸਯੂਜ਼ ਹੋ ਰਿਹਾ, ਕਿਉਂਕਿ ਰਿਜ਼ਲਟ ਉਹਦਾ ਜੋ ਹੋਣਾ ਚਾਹੀਦਾ ਸੀ, ਉਹ ਯੂਨੀਵਰਸਿਟੀਜ਼ ਨੇ, ਐਗਰੀਕਲਚਰ ਯੂਨੀਵਰਸਿਟੀਜ਼ ਨੇ, ਐਗਰੀਕਲਚਰ ਰਿਸਰਚ ਸੈਂਟਰਸ ਨੇ ਹੁਣ ਤੱਕ ਕੱਢਣ 'ਚ ਨਾਕਾਮ ਰਹੇ ਨੇ। ਕਿਸਾਨ ਨੂੰ ਟਾਰਗੇਟ ਕਰਨਾ ਇਜ਼ ਨਾਟ ਦੀ ਸੋਲਿਊਸ਼ਨ ਤਾਂ ਇਹ ਹੈ ਕਿ ਵੀ ਗਰਾਊਂਡ ਰਿਐਲਿਟੀ 'ਚ ਕਿੱਦਾਂ ਸੋਲਿਊਸ਼ਨ ਹੋ ਸਕਦਾ। ਅਗਰ ਤੁਸੀਂ ਝੋਨਾ ਲਾਉਣ ਦੀ ਟੈਕਨੀਕ ਵੀ ਬਦਲਦੇ ਹੋ ਜਿੰਨੀ ਕੁ ਰਿਕੁਆਇਰਮੈਂਟ ਹੈ, ਸਰ ਇਹ ਜਿਹੜਾ ਆਸਪੈਕਟ ਹੈ ਨਾ, ਇਹ ਬਹੁਤ ਵਾਈਡਰ ਆਸਪੈਕਟ ਹੈ। ਕੋਈ MSP ਹੋਰ ਫਸਲ ਦੀ ਹੈ ਨਹੀਂ ਗੀ। ਕਿਸਾਨ ਝੋਨਾ ਲਾਉਣਾ ਕਿਤੇ ਆਸਾਨ ਹੈ? ਝੋਨਾ ਦੀ ਲਵਾਈ ਵਾਸਤੇ ਕਿੰਨਾ ਸਟਰਗਲ ਕਿਸਾਨ ਕਰਦਾ, ਇਹ ਕਿਸਾਨ ਜਾਣਦਾ, ਜਾਂ ਜਿਹਨੇ ਕਿਸਾਨੀ ਕਰੀ ਆ ਉਹਨੂੰ ਉਹਦੀ ਨੌਲੇਜ ਹੈਗੀ। ਪਰ ਬਾਗੜੀ ਸਾਹਿਬ, ਜਿਹੜਾ ਆਰਡਰ ਹੋਇਆ ਤਾਂ ਵੀ ਇਹਨਾਂ ਨੂੰ 2400-2500 ਰੁਪਏ ਕਿਸਾਨਾਂ ਨੂੰ ਦਿੱਤਾ ਜਾਵੇ ਕਿੱਲੇ ਦਾ ਪਰਾਲੀ ਜਿਹੜੇ ਨਹੀਂ ਸਾੜਦੇ, ਉਹਦਾ ਕੀ ਬਣਿਆ ਜੀ? ਹੁਣ ਸਰਕਾਰ ਦੇਊਗੀ ਜਾਂ ਨਹੀਂ ਦੇਊਗੀ? ਦੇਖੋ, ਆਰਡਰ ਤਾਂ ਮੈਂ ਪਿਛਲੀ ਵਾਰ ਪੁਆਇੰਟ ਆਊਟ ਕੀਤਾ ਹੈ, ਹਰ ਟਾਈਮ ਮੈਂ ਪੁਆਇੰਟ ਆਊਟ ਕਰਦਾ ਹਾਂ ਕਿ ਵੀ ਦੇਖੋ, ਪਹਿਲਾਂ ਤਾਂ ਆਰਡਰ ਪਹਿਲਾਂ ਵਾਲਾ ਹੀ ਨਹੀਂ ਕਲੀਅਰ ਹੋਇਆ, ਅੱਗੇ ਸੀਜ਼ਨ ਫੇਰ ਆਉਣਾ। ਤੁਸੀਂ ਕੱਲ੍ਹ ਕਿਸਾਨ ਅੱਗ ਲਾਉਣਾ, ਫਿਰ ਤੁਸੀਂ ਕਿਸਾਨ ਨੂੰ ਕਹਿੰਦਾ ਅੱਗ ਲਾ ਰਹੇ ਆ। ਸੋਲਿਊਸ਼ਨ ਤਾਂ ਜੇ ਗਵਰਨਮੈਂਟ ਕੰਪਰੀਹੈਂਸਿਵ ਪਲਾਨ ਲੈ ਕੇ ਆ ਨਹੀਂ ਸਕਦੀ, ਫਿਰ ਹੁਣ ਕੀ ਹੋਏਗਾ? ਕੀ ਅਸੀਂ ਮਤਲਬ ਉੱਦਾਂ ਹੀ ਪੋਲਿਊਸ਼ਨ 'ਚ ਰਹਾਂਗੇ ਔਰ ਆਉਣ ਵਾਲੇ 5 ਸਾਲਾਂ ਦੇ ਵਿੱਚ ਅਸੀਂ ਪਿਆਸੇ ਮਰਨ ਲਈ ਤਿਆਰ ਹੋ ਜਾਈਏ? ਸਰ, ਇਹ ਬਹੁਤ ਇੰਪੋਰਟੈਂਟ ਆਸਪੈਕਟ ਹੈ, ਇਹਨੂੰ ਬਹੁਤ ਧਿਆਨ ਨਾਲ ਵਿਚਾਰਨਾ ਬਣਦਾ ਹੈ। ਜਿੰਨੇ ਸਾਡੇ ਨੀਤੀ ਆਯੋਗ ਨੇ, ਸਾਡੀ ਐਗਰੀਕਲਚਰ ਦੇ ਨਾਂ 'ਤੇ ਯੂਨੀਵਰਸਿਟੀਆਂ ਜਾਂ ਸੈਂਟਰ ਬਣੇ ਹੋਏ ਨੇ, ਉਹ ਸਟੇਸ਼ਨਰੀ ਭਰਨ ਲਈ ਨਹੀਂ ਬਣੇ, ਉਹ ਤਾਂ ਹੱਲ ਕੱਢਣ ਲਈ ਬਣੇ ਨੇ। ਹੱਲ ਕੌਣ ਕੱਢੂਗਾ? ਇਹਨਾਂ ਤੋਂ ਬਿਨਾਂ ਕੌਣ ਦਊ? ਕਿਸਾਨ ਹੱਲ ਕੱਢੇ। ਕਿਸਾਨ ਨੇ ਤਾਂ ਕੰਮ ਕਰਨਾ ਹੈ, ਕਿਸਾਨ ਨੇ ਤਾਂ ਕੰਮ ਕਰਕੇ ਹਰੀ ਕ੍ਰਾਂਤੀ ਲਿਆ ਕੇ ਦਿਖਾਤੀ ਤੁਹਾਨੂੰ। ਤੁਸੀਂ ਬਾਹਰੋਂ ਇੰਪੋਰਟ ਕਰਕੇ ਖਾਂਦੇ ਸੀ, ਤੁਹਾਨੂੰ ਸਰਪਲਸ ਕਰਕੇ ਦਿਖਾਤਾ ਕਿਸਾਨ ਨੇ। ਕਿਸਾਨ ਦਾ ਰੋਲ ਅਸੀਂ ਬਿਲਕੁਲ ਨਹੀਂ ਭੁੱਲਣਾ ਚਾਹੀਦਾ। ਸਾਨੂੰ ਕਿਸਾਨ ਨੂੰ ਮਾਰ ਕੇ ਅਸੀਂ ਵੀ ਮਰ ਜਾਵਾਂਗੇ। ਪ੍ਰੋਗਰੈਸ ਪ੍ਰੋਸਪੈਰਿਟੀ ਦੀਆਂ ਬਾਅਦ ਦੀਆਂ ਗੱਲਾਂ, ਜੇ ਢਿੱਡ ਭਰਿਆ ਕਿਸਾਨ ਨੇ, ਉਹਦਾ ਕ੍ਰੈਡਿਟ ਅਸੀਂ ਨਹੀਂ ਭੁੱਲਣਾ ਚਾਹੀਦਾ। ਕਿਸਾਨ ਵਾਸਤੇ ਸਾਰੇ ਲੋਕਾਂ ਨੂੰ, ਚਾਹੇ ਉਹ ਕੋਈ ਗਵਰਨਮੈਂਟ ਜੋਬ ਕਰਦਾ ਹੈ, ਭਾਵੇਂ ਉਹ ਕਿਸਾਨ ਫੈਮਿਲੀ ਨਾਲ ਰਿਲੇਟਡ ਹੈ ਜਾਂ ਬਾਹਰ ਬੈਠਾ ਹੋਇਆ, ਆਈ ਹੈਵ ਐਡਰੈਸਡ ਇਨ ਦੀ ਓਪਨ ਕੋਰਟ ਆਲਸੋ, ਆਈ ਹੈਵ ਐਡਰੈਸਡ ਇਨ ਦੀ ਓਪਨ ਕੋਰਟ ਦੈਟ ਇਫ we with the empty stomach, how we can think about the progress and prosperity of our country? ਸਾਨੂੰ ਖਾਣ ਲਈ ਤਾਂ ਕੁਛ ਚਾਹੀਦਾ। ਜੇ ਅੰਨਦਾਤਾ ਨੂੰ ਅਸੀਂ ਮਾਰ ਦਾਂਗੇ, ਉਹਨੂੰ ਕਹਾਂਗੇ ਤੂੰ ਅੱਗ ਨਹੀਂ ਲਾਣੀ, ਤੈਨੂੰ ਅਸੀਂ ਸੋਲਿਊਸ਼ਨ ਵੀ ਨਹੀਂ ਦੇਣਾ, ਤੈਨੂੰ ਅਸੀਂ ਕੋਈ MSP ਨਹੀਂ ਦੇਣੀ, ਜੋ ਤੇਰਾ ਖਰਚਾ ਆਉਂਦਾ ਉਹਦੇ ਨਾਲੋਂ ਤੇਰਾ ਜੋ ਖਰਚਾ ਕ੍ਰੌਪ ਨੂੰ ਉਗਾਉਣ 'ਤੇ ਆਉਂਦਾ ਹੈ, ਉਹਦਾ ਅਸੀਂ ਤੈਨੂੰ ਖਰੀਦਣ ਵੇਲੇ ਮੁੱਲ ਵੀ ਨਹੀਂ ਦੇਣਾ ਉਹਨਾਂ। ਉਹ ਕੀ ਕਰੂਗਾ? ਅਲਟੀਮੇਟਲੀ ਖਤਮ ਹੋ ਜਾਏਗਾ ਨਾ। ਬਾਗੜੀ ਸਾਹਿਬ, ਅਗਲਾ ਸੀਜ਼ਨ ਹੁਣ ਤਾਂ ਸਿਰ 'ਤੇ ਹੈ, ਹੁਣ ਅਗਲੀ ਤਰੀਕ ਕਦੋਂ ਹੈ, ਅਤੇ ਉਹਦੇ ਵਿੱਚ ਤੁਸੀਂ ਕੀ ਜਿਹੜਾ ਕੋਰਟ ਨੂੰ ਗੁਹਾਰ ਲਾਓਗੇ? ਦੇਖੋ, 20th of August ਲਈ ਹੀਅਰਿੰਗ ਪੈਂਡਿੰਗ ਸੀ ਸੁਪਰੀਮ ਕੋਰਟ ਦੇ ਵਿੱਚ। ਅੱਗੇ ਕੀ ਡੇਟ ਪੈਂਦੀ ਹੈ, ਕਿਉਂਕਿ ਹੁਣ ਪਿਛਲੇ ਦੌਰ ਦੇ ਵਿੱਚ 2-2 ਦਿਨ ਦੀ ਵੀ ਡੇਟ ਪਈ ਹੈ, ਹਫ਼ਤੇ ਦੀ ਵੀ ਡੇਟ ਪਈ ਹੈ। ਪ੍ਰਿੰਸੀਪਲ ਸੈਕਟਰੀ ਪੰਜਾਬ ਨੂੰ ਫਿਰ ਕਾਲ ਕੀਤਾ ਸੀ, ਕਿਉਂਕਿ ਇਹਨਾਂ ਨੇ ਪਿਛਲੇ ਟਾਈਮ ਇਹ ਕਿਹਾ ਸੀ ਕਿ ਵੀ ਸਾਡੇ ਕੋਲ ਪੈਸਾ ਨਹੀਂ ਹੈ, COVID-19 ਦੀ ਵਜ੍ਹਾ ਨਾਲ ਫੰਡ ਨਹੀਂ ਹੈ। ਅਗਰ ਫੰਡ ਸਟੇਟ ਕੋਲ ਨਹੀਂ ਹੈ, ਉੱਥੇ ਯੂਨੀਅਨ ਆਫ ਇੰਡੀਆ ਵੀ ਪਾਰਟੀ ਹੈ, ਕੋਰਟ ਆਰਡਰ ਕਰ ਸਕਦੀ ਹੈ, ਕਿਉਂਕਿ ਮੈਂ ਪਹਿਲਾਂ ਆਰਡਰ ਸਟੇਟ ਨੂੰ ਕੀਤਾ ਹੋਇਆ ਉਹਨਾਂ ਨੇ। ਜਿੱਥੋਂ ਤੱਕ ਸੈਂਟਰ ਦਾ ਦਿਖਾਇਆ ਗਿਆ, ਜੋ ਡਾਟਾ ਇੱਥੇ ਅਵੇਲੇਬਲ ਬਾਏ ਦੀ ਡਿਫਰੈਂਟ ਡਿਪਾਰਟਮੈਂਟਸ ਐਗਰੀਕਲਚਰਸ ਨੇ ਰਿਪੋਰਟ ਜਿਹੜੀ ਹੈ ਉਹ ਪੇਸ਼ ਕੀਤੀ ਹੈ, ਉਸ ਮੁਤਾਬਕ ਡਿਫਰੈਂਟ ਕਿਹਾ ਵੀ ਸੈਂਟਰਲ ਗਵਰਨਮੈਂਟ ਨੇ 600 ਕਰੋੜ ਰੁਪਇਆ
ਦੀ ਗ੍ਰਾਂਟ ਪਹਿਲਾਂ ਹੀ ਪੰਜਾਬ ਨੂੰ ਮੈਕੈਨਿਜ਼ਮ ਦੇ ਵਿੱਚ ਦੇਤੀ ਹੈ। ਮੈਕੈਨਿਜ਼ਮ ਇੱਕ ਡਿਫਰੈਂਟ ਆਸਪੈਕਟ ਹੈ, ਉਹਦੇ ਵਿੱਚ ਕੀ ਮੈਂ ਇਹ ਕਮੈਂਟ ਨਹੀਂ ਕਰਨਾ ਚਾਹੁੰਦਾ ਵੀ ਉੱਥੇ ਕਿਸਾਨ ਨੂੰ ਡਾਇਰੈਕਟ ਬੈਨੀਫਿਟ ਪਹੁੰਚਦਾ ਜਾਂ ਨਹੀਂ ਪਹੁੰਚਦਾ। ਮੇਰਾ ਤਾਂ ਇੱਕ ਡਾਇਰੈਕਟ ਆਸਪੈਕਟ ਹੈ, ਕਿਸਾਨ ਨੂੰ ਤੁਸੀਂ MSP ਦੇ ਦਿਓ ਜ਼ਿਆਦਾ, ਕਿਸਾਨ ਨੂੰ ਤੁਸੀਂ ਸਟਬਲ ਨੂੰ ਜਿਹੜੀ ਪਰਾਲੀ ਹੈ ਉਹਨੂੰ ਵਿੱਚ ਮਲਜ ਕਰਨ ਵਾਸਤੇ ਜਿੰਨਾ ਖਰਚਾ ਆਉਂਦਾ ਉਹ ਦੇ ਦਿਓ ਤੁਸੀਂ। ਕਿਸਾਨ ਨਹੀਂ ਚਾਹੁੰਦਾ ਪਰਾਲੀ ਨੂੰ ਅੱਗ ਲਾਉਂਦਾ, ਕਿਸਾਨ ਤੇ ਮਜਬੂਰ ਅੱਗ ਲਾਉਣ ਲਈ। ਇਸ ਕਰਕੇ ਦੈਟ ਇਜ਼ ਦੀ ਫਾਰਮਰ ਇਜ਼ ਨਾਟ ਐਟ ਫਾਲਟ। ਅਗਰ ਤੁਸੀਂ ਕੋਈ ਇੱਦਾਂ ਦਾ ਆਰਡਰ ਪਾਸ ਕਰੋਗੇ, ਕਿਸਾਨ ਦਾ ਗਲ ਘੁੱਟੋਗੇ, ਤਾਂ ਅਸੀਂ ਸੁਖੀ ਜਾਂ ਆਉਣ ਵਾਲਾ ਫਿਊਚਰ ਪ੍ਰੋਸਪੈਕਟਿਵ ਅਸੀਂ ਅੱਛੀ ਲਾਈਫ ਨਹੀਂ ਜੀ ਸਕਾਂਗੇ ਸਰ। ਬਾਗੜੀ ਸਾਹਿਬ, ਲਾਸਟ ਸਵਾਲ ਹੈ ਮੇਰਾ। ਸਵਾਲ ਹੈ ਕਿ ਸਰਕਾਰ ਨੂੰ ਕੀ ਬੇਨਤੀ ਕਰਨਾ ਚਾਹੁੰਦੇ ਹੋ ਇਸ ਵੇਲੇ, ਅਤੇ ਫਾਰਮਰਸ ਨੂੰ ਕੀ ਕਹੋਗੇ ਇਸ ਤਰ੍ਹਾਂ ਦੀ ਸਥਿਤੀ ਦੇ ਵਿੱਚ, ਕਿਉਂਕਿ ਬੜੀ ਦੁਚਿੱਤੀ ਸਥਿਤੀ ਹੈ, ਸੀਜ਼ਨ ਸਿਰ 'ਤੇ ਹੈ ਅਤੇ ਜਿਹੜਾ ਪ੍ਰਸ਼ਾਸਨ ਆ ਉਸ ਵੇਲੇ ਬੇਹੱਦ ਸਖਤੀ ਵਰਤਦਾ, ਅਤੇ ਕਿਸਾਨ ਅਤੇ ਕਿਸਾਨੀ ਤਾਂ ਪਹਿਲਾਂ ਹੀ ਡੁੱਬੀ ਪਈ ਹੈ। ਸਰ, ਜੋ ਹਾਲਾਤ ਤੁਸੀਂ ਆਪਣੇ ਆਪ ਹੀ ਕਲੀਅਰ ਕਰ ਰਹੇ ਹੋ, ਕਿਸਾਨੀ ਡੁੱਬੀ ਹੋਈ ਹੈ, ਇਹਨੂੰ ਪ੍ਰੂਵ ਕਰਨ ਦੀ ਲੋੜ ਨਹੀਂ। ਇਹ ਤੁਸੀਂ ਸੁਸਾਈਡ ਨੋਟ ਦੇਖ ਲਓ, ਸੁਸਾਈਡ ਡੈਥਸ ਦਾ ਜਿਹੜਾ ਡਾਟਾ ਹੈ ਆਫੀਸ਼ੀਅਲ ਆ ਉਹ ਚੈੱਕ ਕਰ ਲਓ। ਇਹ ਮੈਂ ਕੋਰਟ 'ਚ ਵੀ ਕਿਹਾ ਸੀ ਵੀ ਇਹਨਾਂ ਨੇ ਰਿਪਲਾਈਆਂ ਦਿੱਤੀਆਂ ਜੀ, ਅਸੀਂ ਇੰਨੇ ਕਰੋੜ ਦੇਤਾ, ਅਸੀਂ ਇੰਨੇ ਕਰੋੜ ਕਿਸਾਨਾਂ ਨੂੰ ਦੇਤਾ। ਮੇਰਾ ਕੁਐਸਚਨ ਇਹੀ ਸੀ, ਅਗਰ ਕਿਸਾਨਾਂ ਨੂੰ ਕਰੋੜਾਂ ਰੁਪਈਆ ਜਾਂਦਾ ਰਿਐਲਿਟੀ ਦੇ ਵਿੱਚ, ਤਾਂ ਫਿਰ ਕਿਸਾਨ ਖੁਦਕੁਸ਼ੀ ਕਿਉਂ ਕਰੂਗਾ? ਜਿਹਦੇ ਕੋਲ ਕਰੋੜ ਰੁਪਇਆ ਜਾਂ ਲੱਖਾਂ ਰੁਪਇਆ ਤੁਸੀਂ ਦੇ ਰਹੇ ਹੋ, ਉਹ ਖੁਦਕੁਸ਼ੀ ਥੋੜ੍ਹਾ ਨਾ ਕਰੂਗਾ, ਉਹ ਤਾਂ ਖੁਸ਼ੀ ਨਾਲ ਆਪਣਾ ਜੀਵਨ ਬਤੀਤ ਕਰੂਗਾ। ਇਹ ਜੋ ਸਿਸਟੇਮੈਟਿਕ ਢੰਗ ਇਹਨਾਂ ਨੇ ਹਾਂ, ਇੱਕ ਹੋਰ ਜਿਹੜਾ ਬਾਇਓਮਾਸ ਪਲਾਂਟ ਲਾਉਣ ਦੀ ਗੱਲ ਇਹਨਾਂ ਨੇ ਕੀਤੀ ਹੈ, ਜਿਹ 'ਚ ਕਰੋੜਾਂ ਰੁਪਏ ਦਾ ਇੱਕ 2018 ਦੀ ਪਾਲਿਸੀ ਵੀ ਆਈ ਆ, ਉਹਨਾਂ ਨੇ ਹਾਈਲਾਈਟ ਵੀ ਕੀਤਾ। ਪੰਜਾਬ ਦੇ ਵਿੱਚ ਵੀ ਉਹ ਸੀ ਵੀ ਅਸੀਂ ਇਹ ਮਤਲਬ ਇਹਦੇ ਤੋਂ ਕੁਛ ਆਇਲ ਜਿਹੜਾ ਐਕਸਟਰੈਕਟ ਕਰਨਾ ਸਟਬਲ ਤੋਂ, ਉਹ ਕਾਮਯਾਬ ਨਹੀਂ ਹੈ। ਉਹਦੇ 'ਤੇ ਕਰੋੜਾਂ ਰੁਪਏ ਲਾ ਕੇ ਉਹ ਮੈਕੈਨਿਜ਼ਮ ਖੜ੍ਹਾ ਹੈ, ਉਹ ਚੱਲੇ ਨਹੀਂ ਰਿਹਾ। ਇੱਦਾਂ ਨਹੀਂ ਹੋਣਾ ਚਾਹੀਦਾ। ਤੁਸੀਂ ਇਟ ਮੀਨਸ ਤੁਸੀਂ ਫੇਲ ਪ੍ਰੋਜੈਕਟ ਲਾ ਕੇ ਕਿਸਾਨੀ ਦੇ ਨਾਂ 'ਤੇ ਪੈਸਾ ਬਰਬਾਦ ਕਰ ਰਹੇ ਹੋ। ਮੈਂ ਨਹੀਂ ਕਹਿੰਦਾ ਜੇਬਾਂ 'ਚ ਪਾ ਰਹੇ ਹੋ ਤੁਸੀਂ ਮੈਕੈਨਿਜ਼ਮ। ਸੁਪਰੀਮ ਕੋਰਟ ਨੇ ਤਾਂ ਇੱਥੋਂ ਤੱਕ ਕਹਿਤਾ ਸੀ ਸੁਣ ਕੇ ਕਿ ਜਿਹੜਾ ਕਿਹਾ ਹੋਇਆ ਆਰਡਰ ਹੈ 13/1/2020 ਨੂੰ ਜਿਹੜਾ ਰੀਪਰੋਡਿਊਸ ਕੀਤਾ ਹੋਇਆ ਪੈਰਾ 57 ਵਿੱਚ 3rd ਪੁਆਇੰਟ ਹੈ, ਜਿਹ 'ਚ ਡਾਇਰੈਕਸ਼ਨਸ ਪਾਸ ਕੀਤੀਆਂ। 2nd ਦੇ ਵਿੱਚ ਉਹਨਾਂ ਨੇ ਕਿਹਾ 100 ਰੁਪੀਜ਼ ਪਰ ਕੁਇੰਟਲ ਪਰ ਸਟਬਲ ਇਨ ਸਿਟੂ ਫਾਰਮਿੰਗ ਦੇ ਵਿੱਚ ਤੁਸੀਂ ਕੰਸੀਡਰ ਕਰਨਾ ਹੈ, ਪ੍ਰਪੋਜ਼ਲ ਐਕਸ਼ਨ ਪਲਾਨ 'ਚ ਲੈ ਕੇ ਆਉਣਾ, ਜਿਹਦੇ ਤੇ ਹਲੇ ਕੋਈ ਮੇਰੇ ਤੱਕ ਕੋਈ ਗਵਰਨਮੈਂਟ ਦਾ ਆਰਡਰ ਦੀ ਕਾਪੀ ਨਹੀਂ ਪਹੁੰਚੀ ਵੀ ਇਹਨਾਂ ਨੇ ਪਾਸ ਕੀਤਾ ਜਾਂ ਨਹੀਂ ਕੀਤਾ। ਸੁਪਰੀਮ ਕੋਰਟ ਨੇ ਤਾਂ ਇੱਥੋਂ ਤੱਕ ਕਿਹਾ ਹੈ ਮੇਕਿੰਗ ਅਵੇਲੇਬਲ ਕੰਬਾਈਨ ਹਾਰਵੈਸਟਰ, ਕੰਬਾਈਨ ਜਿਹੜੀ 30 ਲੱਖ ਦੀ ਹੈ, 25-30 ਲੱਖ ਜਾਂ 35 ਲੱਖ ਦੀ ਹੈ, ਮੇ ਵੀ ਅਲੱਗ-ਅਲੱਗ, ਹੈਪੀ ਸੀਡਰ, ਹਾਈਡ੍ਰੋਲਿਕਲੀ ਰਿਵਰਸੀਬਲ MP ਪਲੋ, ਪੈਡੀ ਸਟਰਾ ਚੌਪਰ, ਮਲਚਰ, ਰੋਟਰੀ, ਇਟ ਇਜ਼ ਰੋਟੇਟਰੀ ਸਲੈਸ਼ਰ, ਜ਼ੀਰੋ ਟਿਲ ਸੀਡ ਡਰਿਲ, ਰੋਟਾਵੇਟਰ, ਬੇਲਰਸ ਸਪੈਸ਼ਲੀ dedicated to small and marginal farmers to be made available either free of charge or on nominal rental basis, free of charge. Societies ਦੇ ਵਿੱਚ ਇਹ ਚੀਜ਼ਾਂ ਹੋਣੀ ਚਾਹੀਦੀ। You see if you are blaming that the court is going to pass order against the farmers, no, when court heard the entire submission on the part of the farmers, what order has been pronounced on the same day of 6th of November 2019 at 7:30 PM, they pronounced the order that we are agree with the Mr. Bagdi who addressed the argument on the behalf of the farmers. We straightway passing the order to release the amount of 2400 per acre to the small and marginal farmer who did not burn the stubble, ਜਿਨ੍ਹਾਂ ਨੇ ਅੱਗ ਨਹੀਂ ਲਈ ਰਿਲੀਜ਼ ਕਰੋ ਕੀਤਾ ਆਰਡਰ। ਗਵਰਨਮੈਂਟ ਦੀ ਇੰਟੈਂਸ਼ਨ ਮੈਂ ਦੁਬਾਰਾ ਤੋਂ ਰਿਪੀਟ ਕਰ ਰਿਹਾ, ਇਹ ਹੋ ਸਕਦਾ ਕਿਉਂਕਿ ਜਿਹੜਾ ਇਹ ਪ੍ਰਪੋਜ਼ਲ ਹੈ, ਜਿਹੜਾ ਪੈਡੀ ਗਰੋ ਕਰਨ ਵਾਲਾ, ਜੀਰੀ ਉਗਾਉਣ ਵਾਲਾ, ਇਹ ਜੀਰੀ ਜਿਹੜੀ ਹੈ ਨਾ, ਮਤਲਬ ਜਿਹੜਾ ਚੌਲ ਹੈ, ਚੌਲ ਦੀ ਫਸਲ ਹਰ ਕੰਟਰੀ 'ਚ ਨਹੀਂ ਹੁੰਦੀ, ਨਾ ਇੰਪੋਰਟ ਕਰਦੇ, ਕੁਛ ਕੁ ਏਰੀਆ ਜਿੱਥੇ ਪ੍ਰੋਡਿਊਸ ਹੁੰਦਾ। ਕੰਜ਼ੰਪਸ਼ਨ ਤਾਂ ਪੂਰੇ ਹਿੰਦੁਸਤਾਨ 'ਚ ਹੁੰਦੀ ਹੈ ਨਾ। ਪੰਜਾਬ ਕੋਲ 1.5% ਲੈਂਡ ਹੈ ਪੂਰਾ ਜੀਓਗ੍ਰਾਫੀਕਲੀ ਇੰਡੀਆ ਦੀ, ਔਰ ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਊਗੀ ਜਿਹੜਾ ਪੰਜਾਬ ਦਾ ਫਾਰਮਰ ਹੈ ਪੂਰੇ ਫੂਡ ਗ੍ਰੇਨ ਦਾ, ਪੂਰੇ ਇੰਡੀਆ ਦੇ ਜਿੰਨਾ ਫੂਡ ਗ੍ਰੇਨ ਟੋਟਲ ਹੋਰ ਸਟੇਟਾਂ ਕਰਦੀਆਂ 50 ਪ੍ਰੋਡਿਊਸ ਕਰਦਾ ਹੈ। ਗਵਰਨਮੈਂਟ ਕੀ ਨਹੀਂ ਕਰ ਸਕਦੀ, ਸੈਂਟਰਲ ਗਵਰਨਮੈਂਟ ਨੂੰ ਕਮ ਫਾਰਵਰਡ, ਬਟ ਇਹ ਤਾਂ ਅਲੱਗ-ਅਲੱਗ ਆਰਡੀਨੈਂਸ ਆ ਰਹੇ ਨੇ। ਇੱਕ ਹੋਰ ਆਰਡੀਨੈਂਸ ਆਇਆ ਜਿੱਥੇ